ਕੱਛ ਦੀ ਇਸ ਧਰਤੀ ਤੋਂ ਕੁਝ ਦਿਨ ਗੁਜਰਾਤ ਵਿੱਚ ਗੁਜ਼ਾਰਨ ਦੀ ਅਪੀਲ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ, ਪਰ ਇਹੀ ਭੁਜ ਇੱਕ ਅਜਿਹੀ ਅਗਨੀ ਪ੍ਰੀਖਿਆ ਵਿੱਚੋਂ ਗੁਜ਼ਰਿਆ ਏ ਜਿਸ ਦੀ ਅੱਜ ਕਲਪਨਾ ਕਰਨੀ ਵੀ ਮੁਸ਼ਕਿਲ ਏ। ਖਤਰਨਾਕ ਭੁਚਾਲ ਭੁਜ ਨੂੰ ਆਪਣੀ ਹੀ ਜ਼ਮੀਨ ਹੇਠ ਦਬਾਉਂਦਾ ਚਲਿਆ ਗਿਆ। ਹਰ ਗਲੀ ਮੁਹੱਲੇ ਵਿੱਚ ਭੁਚਾਲ ਦੀ ਤਬਾਹੀ ਪਸਰ ਗਈ। ਕੀ ਘਰ, ਕੀ ਮੰਦਰ, ਕੀ ਮੈਦਾਨ ਤੇ ਕੀ ਹਸਪਤਾਲ, ਮੁਸੀਬਤ ਹਰ ਜਗ੍ਹਾ ਮੂੰਹ ਅੱਡੀ ਖੜੀ ਸੀ। ਪਰ ਕੁਝ ਨੀਤੀਆਂ ਨੇ ਤੇ ਇੱਕ ਮਜ਼ਬੂਤ ਇੱਛਾ ਸ਼ਕਤੀ ਨੇ ਭੁਜ ਦੀ ਤਸਵੀਰ ਬਦਲਣ ਦੀ ਸ਼ੁਰੂਆਤ ਕੀਤੀ। ਇਹ ਇੱਛਾ ਸ਼ਕਤੀ ਤੇ ਸਿਆਸੀ ਅਗਵਾਈ, ਬੁਨਿਆਦੀ ਮੁੱਦਿਆਂ ਦੀ ਪਛਾਣ, ਸਰੋਤਾਂ ਦੀ ਵੰਡ, ਵਿਗਿਆਨਕ ਸੋਚ ਅਤੇ ਹੱਲ, ਨਾਲ ਹੀ ਭਵਿੱਖ ਦੀਆਂ ਜ਼ਰੂਰਤਾਂ ਦੀ ਪਛਾਣ ਵਰਗੇ ਬਿੰਦੂਆਂ ਤੇ ਕੇਂਦਰਿਤ ਸੀ। सारी इमारतें जमीन दोस्त हो चुकी थी। जो हालत थी उसे देखकर लोग कहते थे कि अब कच्छ हमेशा हमेशा के लिए बर्बाद हो गया। इस भूकंप के कुछ महीने बाद मुझे गुजरात का मुख्यमंत्री के रूप में दायित्व निभाने की जिम्मेवारी आ गई। चारों तरफ गूंज यही थी कि अब तो गुजरात गया, अब तो गुजरात बर्बाद हो गया, अब कच्छ बर्बाद, यही सुन रहा था। हमने एक नई अप्रोच के साथ काम किया, एक नई रणनीति के साथ आगे बढ़े। हमने सिर्फ इमारतें ही फिर से नहीं बनाई, बल्कि प्रण लिया कि कच्छ को विकास की नई ऊंचाई पर पहुंचाएंगे। तब वहां न उतनी सड़कें थी, न बिजली व्यवस्था ठीक थी, न ही पानी आसानी से नहीं मिलता था। हमने हर व्यवस्था सुधारी। हम सैकड़ों किलोमीटर लंबी नहरें बनाकर कच्छ तक पानी लेकर गए, पाइपलाइन से पानी ले गए। कच्छ की हालत ऐसी थी कि वहां टूरिज्म के बारे में कोई सोच भी नहीं सकता था। ਆਫਤ ਸਮੇਂ ਦਾ ਸੱਚ ਹੁੰਦੀ ਏ, ਪਰ ਉਸ ਨਾਲ ਲੜਨ ਦੀ ਨਜ਼ਰ ਲਗਾਤਾਰ ਤਿਆਰੀਆਂ ਦੀ ਮੰਗ ਕਰਦੀ ਏ। ਜੇ ਇਹ ਕਹੀਏ ਕਿ ਭੁਚਾਲ ਨੇ ਭੁਜ ਵਿੱਚ ਬਦਲਾਅ ਦੀ ਪ੍ਰਕਿਰਿਆ ਨੂੰ 20 ਸਾਲ ਅੱਗੇ ਕਰ ਦਿੱਤਾ ਤਾਂ ਗਲਤ ਨਹੀਂ ਹੋਵੇਗਾ। ਇਸ ਦੇ ਆਪਣੇ ਕਾਰਨ ਨੇ। गुजरात एक अनोखा राज्य है। इन्होंने इस आपत्ति को एक अवसर बना के कच्छ का नवनिर्माण किया और जहां जहां भी क्षति हुई थी उनको क्षतिपूर्ति के लिए कई तरह के पैकेज बनाए। जो लोगों का जान गंवा चुके थे उनके लिए हम निसहाय थे, किंतु जो भी प्रवृत्तियां रुकी थी, जो मिलकतें नष्ट हुई थी, उनका पुनर्निर्माण का काम गुजरात ने जिस तेजी से करीबन 2-3 साल की अवधि में किया, पूरे नए नगर बसाए, ये कार्य आज भी अंतर्राष्ट्रीय क्षेत्र में एक उदाहरण रूप गिना जाता है। 2001 के भूकंप के बाद यूँ समझो कि पहले ऐसा लग रहा था कि भूकंप ने सब विनाश कर दिया, लेकिन हकीकत में उसके बाद जो डेवलपिंग हुआ है, यहाँ का एजुकेशन कल्चर, वो फिजिकल हो या प्रैक्टिकल हो, सभी तरह से इसमें पूरा पॉजिटिव बदलाव आया है। डिजिटल माध्यम से बच्चे स्कूल में पढ़ाई कर रहे हैं। वेल एजुकेटेड टीचर यहाँ पे बच्चों को पढ़ाते हैं। नीतियाँ तो सब बनती है, मगर जो मेन बात है उसकी इम्प्लीमेंटेशन की होती है। और नरेंद्र मोदी आते ही जो इम्प्लीमेंटेशन की जिसमें जो झड़प आई वो बेमिसाल थी, मैं समझता हूँ। और ओवरऑल अगर देखा जाए तो सिर्फ गवर्नमेंट नहीं, सेंट्रल गवर्नमेंट भी ने भी इतना ही रोल अच्छा प्ले किया। ਗੁਜਰਾਤ ਦੇ ਭੁਜ, ਕੱਛ, ਭਰੂਚ, ਅੰਜਾਰ, ਗਾਂਧੀਨਗਰ, ਰਾਜਕੋਟ ਆਦਿ ਵਿੱਚ ਆਈ ਦੁਨੀਆ ਦੇ ਇਤਿਹਾਸ ਦੇ ਸਭ ਤੋਂ ਖਤਰਨਾਕ ਭੁਚਾਲਾਂ ਵਿੱਚੋਂ ਇੱਕ ਦੇ ਬਾਅਦ ਨਰਿੰਦਰ ਮੋਦੀ ਨੇ ਲੋਕਾਂ ਨਾਲ ਮੋਰਲੀ ਕਤਾਰ ਵਿੱਚ ਖੜੇ ਹੋ ਕੇ ਇਸ ਗੱਲ ਦਾ ਯਕੀਨ ਅਤੇ ਅਹਿਸਾਸ ਕਰਵਾਇਆ ਕਿ ਇਸ ਚੁਣੌਤੀ ਦੇ ਸਮੇਂ ਸੈਨਾ ਨਾਲ ਸੈਨਾਪਤੀ ਦਾ ਉਨੀ ਹੀ ਗੰਭੀਰਤਾ, ਮਿਹਨਤ ਅਤੇ ਮਜ਼ਬੂਤੀ ਨਾਲ ਮੈਦਾਨ ਵਿੱਚ ਖੜੇ ਰਹਿਣਾ ਅਗਵਾਈ ਕਰਨ ਦੀ ਵਿਸ਼ੇਸ਼ਤਾ ਹੁੰਦੀ ਏ।
ਉਸ ਵੇਲੇ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਆਫਤ ਪ੍ਰਬੰਧਨ ਦੇ ਆਯਾਮਾਂ ਦੀ ਸੂਬੇ ਵਿੱਚ ਇੱਕ ਤਰ੍ਹਾਂ ਨਾਲ ਨੀਂਹ ਰੱਖੀ, ਜਿਸ ਨੇ ਬਾਅਦ ਵਿੱਚ ਰਾਸ਼ਟਰੀ ਪੱਧਰ ਤੇ ਆਫਤ ਦਾ ਮੁਕਾਬਲਾ ਕਰਨ ਅਤੇ ਜਿੱਤਣ ਦਾ ਰਾਹ ਖੋਲ੍ਹ ਦਿੱਤਾ। ਸਾਲ 2013 ਦੀ ਇਸ ਆਫਤ ਨੂੰ ਹਿਮਾਚਲ ਦੀ ਸੁਨਾਮੀ ਕਿਹਾ ਗਿਆ। ਕੁਦਰਤ ਦਾ ਭਿਆਨਕ ਰੂਪ ਆਪਣੇ ਸਿਖਰ ਤੇ ਜਾ ਪਹੁੰਚਿਆ ਸੀ। ਦੱਬੀਆਂ ਹੋਈਆਂ ਹਜ਼ਾਰਾਂ ਜ਼ਿੰਦਗੀਆਂ ਕਿਸੇ ਮਸੀਹੇ ਦਾ ਇੰਤਜ਼ਾਰ ਕਰ ਰਹੀਆਂ ਸਨ। ਜਦੋਂ ਪ੍ਰਸ਼ਾਸਨ ਬੇਵੱਸ ਸੀ, ਲਾਚਾਰ ਸੀ, ਆਖਰ ਰਾਹਤ ਅਤੇ ਬਚਾਅ ਦੀ ਸ਼ੁਰੂਆਤ ਕਿੱਥੋਂ ਹੋਵੇ? ਅਜਿਹੇ ਵਿੱਚ ग्राउंड जीरो ते खुद उतरे उस वेले दे गुजरात दे मुख्यमंत्री नरेंद्र मोदी। उत्तराखंड का यह हादसा अति भयानक है, दुखदायक है, पूरे देश को बहुत ही गंभीर सदमा पहुंचा है। ਕੁਦਰਤ ਦੇ ਇਸ ਕਹਿਰ ਨਾਲ ਇਕੱਲਿਆਂ ਲੋਹਾ ਲੈਣ ਲਈ ਨਰਿੰਦਰ ਮੋਦੀ ਜੁਟ ਗਏ। ਇੱਕ ਦੂਜੇ ਸੂਬੇ ਵਿੱਚ ਵੀ ਅਜਿਹੀ ਯੋਜਨਾ, ਅਜਿਹੀ ਸੂਝ-ਬੂਝ ਕਿ ਕੁਦਰਤ ਦਾ ਕਹਿਰ ਚੱਲ ਰਹੇ ਕੇਦਾਰਨਾਥ ਧਾਮ ਵਿੱਚ ਉਸ ਵੇਲੇ ਉਹਨਾਂ ਨੇ ਸਿਰਫ ਇੱਕ ਦਿਨ ਵਿੱਚ ਉੱਤਰਾਖੰਡ ਵਿੱਚ ਫਸੇ 15,000 ਗੁਜਰਾਤੀਆਂ ਅਤੇ ਦੂਜੇ ਸੂਬੇ ਦੇ ਲੋਕਾਂ ਨੂੰ ਵੀ ਸੁਰੱਖਿਅਤ ਕੱਢ ਲਿਆ ਸੀ। ਲੋਕ ਸੇਵਾ ਦੇ ਸਮਰਪਣ ਦੀ ਇਹ ਅਨੋਖੀ ਮਿਸਾਲ ਸੀ। ਬਾਬਾ ਕੇਦਾਰ ਦਾ ਮੰਦਰ ਭਗਤਾਂ ਤੋਂ ਮੁੜ ਉਸਾਰੀ ਦੀ ਮੰਗ ਕਰ ਰਿਹਾ ਸੀ। ਅਜਿਹੇ ਵਿੱਚ ਵੀ ਨਰਿੰਦਰ ਮੋਦੀ ਸਭ ਤੋਂ ਅੱਗੇ ਖੜੇ ਦਿਖਾਈ ਦਿੱਤੇ। ਨੁਕਸਾਨੇ ਗਏ ਕੇਦਾਰਨਾਥ ਮੰਦਿਰ ਦੀ ਮੁੜ ਉਸਾਰੀ ਦਾ ਪ੍ਰਸਤਾਵ ਵੀ ਉਸ ਵੇਲੇ ਨਰਿੰਦਰ ਮੋਦੀ ਨੇ ਹੀ ਰੱਖਿਆ ਸੀ। ਪਰ 2014 ਤੋਂ ਬਾਅਦ ਉਹ ਸਮਾਂ ਵੀ ਆਇਆ ਜਦੋਂ ਬਾਬਾ ਕੇਦਾਰ ਦਾ ਮੰਦਰ ਨਵੇਂ ਸਰੂਪ ਵਿੱਚ ਭਗਤਾਂ ਦੇ ਸਾਹਮਣੇ ਆਇਆ। ਇਸ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਜਾਂਦਾ ਏ। जब जम्मू कश्मीर में बाढ़ का प्रश्न आया तो मैंने पहला काम क्या किया, मैंने कहा भारत सरकार में जम्मू कश्मीर के जितने अधिकारी हैं उनकी जरा पहले सूची बनाओ और उनको सबसे पहले वहां भेजो। होम सेक्रेटरी उस समय के थे जो पुराने कश्मीर कैडर के थे, उनको मैंने भेज दिया, हफ्ते भर वहां पर रखा। क्यों? भारत सरकार का दायित्व बनता है कि सिर्फ इतना चेक दिया उतना दे दिया, इससे बात बनती नहीं है। हमने पूरी ताकत से उसके साथ कंधे से कंधा मिला खड़ा होना पड़ा। जो भी रेस्क्यू हमारे पास मेडिकल कैंप आया, आर्मी की तरफ से आया, जो भी टेंट मिले हमें वो आर्मी की तरफ से आया, पानी आया वो आर्मी की तरफ से आया। पुल के ऊपर खड़े हुए, फिर उनको बोला आओ आओ, फिर ये लोग आए हेलीकॉप्टर वाले, उन्होंने बड़ी रिस्क से फिर हम वहाँ हमको सीधे लेके गए। ਦੇਸ਼ ਦੇ ਪੱਛਮੀ ਸਮੁੰਦਰੀ ਕੰਢਿਆਂ ਤੇ ਤਾਊ ਤੇ ਕਹਿਰ ਬਣ ਕੇ ਟੁੱਟਿਆ। ਗੁਜਰਾਤ ਅਤੇ ਮਹਾਰਾਸ਼ਟਰ ਦੇ ਤਟਵਰਤੀ ਇਲਾਕਿਆਂ ਵਿੱਚ ਭਾਰੀ ਨੁਕਸਾਨ ਦੇ ਸ਼ੰਕੇ ਸਨ। ਅਜਿਹਾ ਲੱਗਿਆ ਕਿ ਅਸਮਾਨ ਤਬਾਹੀ ਤੇ ਉਤਾਰੂ ਏ। ਚੱਕਰਵਾਤ ਜਲਦੀ ਹੀ ਕਮਜ਼ੋਰ ਪੈ ਗਿਆ, ਪਰ ਚੱਕਰਵਾਤੀ ਤੂਫਾਨ ਦੀ ਵਜ੍ਹਾ ਕਰਕੇ 16,000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ, ਜਦਕਿ 40,000 ਤੋਂ ਵੱਧ ਰੁੱਖ ਅਤੇ 1,000 ਤੋਂ ਵੱਧ ਬਿਜਲੀ ਦੇ ਖੰਭੇ ਉਖੜ ਗਏ। ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਸਬੰਧਤ ਸੂਬਿਆਂ ਨਾਲ ਮਿਲ ਕੇ ਤਿਆਰੀਆਂ ਪੂਰੀਆਂ ਸਨ। ਤਜਰਬੇ ਅਤੇ ਆਫਤ ਲਈ ਪਹਿਲਾਂ ਦੀਆਂ ਤਿਆਰੀਆਂ ਨੇ ਆਪਣਾ ਕੰਮ ਕੀਤਾ। ਸਮੁੱਚੇ ਆਫਤ ਪ੍ਰਬੰਧਨ ਦੇ ਸਾਲਾਂ ਦੇ ਤਜਰਬੇ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਆਫਤ ਕਿੰਨੀ ਵੀ ਵੱਡੀ ਹੋਵੇ, ਉਹ ਤਬਾਹੀ ਨਾਲੋਂ ਵੱਧ ਨਿਰਮਾਣ ਨੂੰ ਮੌਕਾ ਦਿੰਦੀ ਏ। ਇਸੇ ਸੋਚ ਨੇ ਆਫਤ ਦੇ ਪਹਿਲਾਂ ਦੇ ਅੰਦਾਜ਼ੇ ਅਤੇ ਤਿਆਰੀਆਂ ਨੂੰ ਹਰ ਪੱਧਰ ਤੇ ਸੰਸਥਾਗਤ ਤੌਰ ਤੇ ਮਜ਼ਬੂਤ ਕੀਤਾ।
ਗੁਜਰਾਤ ਤੋਂ ਬਾਅਦ ਅਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਫਤ ਪ੍ਰਬੰਧਨ ਸਫਲਤਾ ਦੀ ਇੱਕ ਚਮਕਦੀ ਤਸਵੀਰ ਬਣ ਚੁੱਕਿਆ ਹੈ। ਇੱਕ ਆਦਰਸ਼ ਮਾਡਲ, ਪਰ ਅਜਿਹਾ ਹੋਇਆ ਕਿ ਜਿਸ ਨੇ ਪਿਛਲੇ 7 ਸਾਲਾਂ ਵਿੱਚ ਇਸ ਤਬਦੀਲੀ ਨੂੰ ਹਕੀਕਤ ਬਣਾ ਦਿੱਤਾ। कभी कभार प्राकृतिक आपदाएं हम लोगों के बहुत बड़ी चुनौती बन जाती है। मैं देशवासियों को विश्वास दिलाता हूं कि ऐसे संकट के समय पूर्ण संवेदनशीलता के साथ जन सामान्य की सुखाकारी के लिए, सुरक्षा के लिए कुछ भी करने में हम कमी नहीं रहने देंगे। ਅਟਲ ਬਿਹਾਰੀ ਵਾਜਪਾਈ ਦੀ ਐਨਡੀਏ ਸਰਕਾਰ ਨੇ ਗੁਜਰਾਤ ਦੇ ਆਫਤ ਪ੍ਰਬੰਧਨ ਦੇ ਮਾਡਲ ਅਤੇ ਆਫਤ ਤੋਂ ਬਾਅਦ ਮਿਟੀਗੇਸ਼ਨ ਦੀਆਂ ਕੋਸ਼ਿਸ਼ਾਂ ਅਤੇ ਉਸ ਤੋਂ ਵੀ ਅੱਗੇ ਵੱਧ ਕੇ ਪਹਿਲਾਂ ਦੀ ਤਿਆਰੀ ਅਤੇ ਸੂਚਨਾ ਉੱਤੇ ਵਿਆਪਕ ਕੰਮ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਨਤੀਜਾ ਸਾਲ 2005 ਵਿੱਚ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਤੇ ਰਾਸ਼ਟਰੀ ਸੰਕਟ ਮੋਚਨ ਬਲ ਦੇ ਰੂਪ ਵਿੱਚ ਸਾਹਮਣੇ ਆਇਆ। ਪਰ ਇਹ ਸੰਸਥਾ ਵੀ ਇੱਕ ਸਪਸ਼ਟ ਦ੍ਰਿਸ਼ਟੀਕੋਣ ਦੀ ਤਲਾਸ਼ ਵਿੱਚ ਸੀ। ਫੇਰ ਆਇਆ ਸੇਵਾ, ਸਮਰਪਣ ਤੇ ਇੱਛਾ ਸ਼ਕਤੀ ਦਾ ਇੱਕ ਨਵਾਂ ਦੌਰ, ਜਿੱਥੇ ਸੁਪਨਾ ਸੀ ਨਵੇਂ ਭਾਰਤ ਦਾ। ਇਸੇ ਸੰਕਲਪ ਦੇ ਨਾਲ 2016 ਵਿੱਚ ਦੇਸ਼ ਦੇ ਆਫਤ ਪ੍ਰਬੰਧਨ ਨੂੰ ਆਪਣਾ ਏਜੰਡਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਫਤ ਪ੍ਰਬੰਧਨ ਲਈ 10 ਨੁਕਾਤੀ ਏਜੰਡਾ ਦੇਸ਼ ਦੇ ਸਾਹਮਣੇ ਰੱਖਿਆ। ਇਸ ਏਜੰਡੇ ਵਿੱਚ ਹਰ ਆਫਤ ਤੋਂ ਬਾਅਦ ਉਸ ਦੀ ਸਮੀਖਿਆ ਦੇ ਨਾਲ-ਨਾਲ ਅਧਿਐਨ ਕਰਨਾ ਵੀ ਸ਼ਾਮਲ ਸੀ। ਟੀਚਾ ਸਪਸ਼ਟ ਸੀ ਕਿ ਤਿਆਰੀ ਵਿੱਚ ਹੀ ਸਮਝਦਾਰੀ ਏ, ਪਰ ਇਸ ਦੇ ਕਈ ਆयाम ਸਨ। ਪ੍ਰਧਾਨ ਮੰਤਰੀ ਮੋਦੀ ਨੇ ਆਫਤ ਪ੍ਰਬੰਧਨ ਦੀ ਸੋਚ ਨੂੰ ਨਵੇਂ ਸਿਰਿਓਂ ਘੜਿਆ। ਪਹਿਲਾਂ ਜਿੱਥੇ ਆਫਤ ਤੋਂ ਬਾਅਦ ਰਾਹਤ ਕਾਰਜਾਂ ਤੇ ਜ਼ੋਰ ਰਹਿੰਦਾ ਸੀ, ਉੱਥੇ ਹੁਣ ਟੀਚਾ ਸੀ ਕੋਈ ਵੀ ਨੁਕਸਾਨ ਨਾ ਹੋਣ ਦੇਣ ਦਾ। ਪ੍ਰਧਾਨ ਮੰਤਰੀ ਦੇ 10 ਨੁਕਾਤੀ ਏਜੰਡੇ ਵਿੱਚ ਇਸ ਗੱਲ ਤੇ ਜ਼ੋਰ ਸੀ ਕਿ ਆਫਤ ਜੋਖਮ ਪ੍ਰਬੰਧਨ ਦੇ ਸਿਧਾਂਤਾਂ ਨੂੰ ਹਰ ਵਿਕਾਸ ਖੇਤਰ ਤੱਕ ਪਹੁੰਚਾਇਆ ਜਾਵੇ, ਜਿਸ ਵਿੱਚ ਗਰੀਬ ਪਰਿਵਾਰਾਂ ਅਤੇ ਸਭ ਤੋਂ ਵੱਧ ਜ਼ਰੂਰਤਮੰਦਾਂ ਦੀ ਜੋਖਮ ਕਵਰੇਜ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਜਿਵੇਂ ਕਿ ਬਜ਼ੁਰਗ ਤੇ ਦਿਵਿਆਂਗ ਲੋਕ। Encourage greater involvement and leadership of women in disaster risk management. We must train a large number of women volunteers to support special needs of women affected by disasters. We need women engineers, masons, and building artisans supporting reconstruction, and women self-help groups assisting livelihood recovery. ਵਿਸ਼ਵ ਪੱਧਰ ਤੇ ਜੋਖਮ ਮੈਪਿੰਗ ਵਿੱਚ ਨਿਵੇਸ਼ ਕੀਤਾ ਜਾਵੇ। ਹਰ ਪੱਧਰ ਤੇ ਤਕਨੀਕ ਦੇ ਇਸਤੇਮਾਲ ਨੂੰ ਯਕੀਨੀ ਬਣਾਉਂਦਿਆਂ ਸਥਾਨਕ ਪੱਧਰ ਤੇ ਸਮਰੱਥਾ ਨਿਰਮਾਣ ਦੀ ਦ੍ਰਿਸ਼ਟੀ ਵੀ ਸਾਹਮਣੇ ਰੱਖੀ ਗਈ। ਪੀਐਮ ਮੋਦੀ ਨੇ ਜ਼ੋਰ ਦਿੱਤਾ ਕਿ ਕਿਸੇ ਵੀ ਆਫਤ ਤੋਂ ਸਿੱਖਣ ਦਾ ਮੌਕਾ ਨਹੀਂ ਗਵਾਉਣਾ ਚਾਹੀਦਾ। ਹਾਲਾਤ ਬਦਲੇ। ਜਿੱਥੇ ਇੱਕ ਪਾਸੇ 1977 ਦੇ ਕਾਂਡਲਾ ਤੱਟ ਤੇ ਆਏ ਚੱਕਰਵਾਤ ਨੂੰ ਯਾਦ ਕਰੀਏ ਤਾਂ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਤ ਦੇ ਗਰਤ ਵਿੱਚ ਸਮਾ ਗਏ ਸਨ, ਪਰ ਹੁਣ ਨਵੀਂ ਨੀਤੀ ਨੇ ਲੋਕਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਹੈ। All development sector must imbibe the principles of disaster risk management. This will ensure that all development projects, airports, roads, canals, hospitals, bridges are built to appropriate standards and contribute to the resilience of communities they seek to serve. The best available standards of disaster safety. This is a smart strategy which pays off in the long term.
ਪ੍ਰਧਾਨ ਮੰਤਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਸਨ ਕਿ ਆਫਤਾਂ ਸਰਹੱਦਾਂ ਨਹੀਂ ਵੇਖਦੀਆਂ ਅਤੇ ਇਸ ਵਿੱਚ ਉਹ ਦੇਸ਼ ਜੋ ਵਾਸੁਦੈਵ ਕੁਟੁੰਬਕਮ ਦੀ ਆਤਮਾ ਨੂੰ ਧਾਰਨ ਕਰਦਾ ਏ, ਜਦੋਂ ਗੁਆਂਢੀ ਦੇਸ਼ ਨੇਪਾਲ ਦੀ ਧਰਤੀ ਕਾਂਬੇ ਨਾਲ ਥਰ-ਥਰ ਕਰ ਰਹੀ ਸੀ ਤਾਂ ਸਭ ਤੋਂ ਪਹਿਲਾਂ ਭਾਰਤ ਨੇ ਮਦਦ ਲਈ ਹੱਥ ਵਧਾਇਆ। ਭੁੱਜ ਦੀ ਪੀੜ ਅਤੇ ਜ਼ਰੂਰਤਾਂ ਨੂੰ ਸਮਝ ਕੇ PM ਮੋਦੀ ਆਏ ਸਨ। ਸ਼ਾਇਦ ਇਸੇ ਲਈ ਉਹਨਾਂ ਨੇ ਕਿਹਾ ਕਿ ਨੇਪਾਲ ਦਾ ਦੁੱਖ ਭਾਰਤ ਦਾ ਦੁੱਖ ਹੈ, ਹਰ ਨੇਪਾਲੀ ਦੇ ਹੰਝੂ ਪੂੰਝਾਂਗੇ। ਭਾਰਤ ਨੇ ਨੇਪਾਲ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਦੁਨੀਆ ਦੇ ਕਈ ਦੇਸ਼ਾਂ ਦੇ ਲੋਕਾਂ ਦੇ ਹੰਝੂ ਪੂੰਝੇ ਅਤੇ ਆਫਤ ਤੋਂ ਬਾਹਰ ਕੱਢਿਆ। नेपाल के भाइयों बहनों, हिंदुस्तान आपके दुख में आपके साथ है, लेकिन मानवता की अपनी एक ताकत होती है। 125 करोड़ देशवासियों के लिए नेपाल अपना है, उन लोगों का दुख भी हमारा दुख है। भारत पूरी कोशिश करेगा इस आपदा के समय हर नेपाली के आंसू भी पहुंचेंगे, उनका हाथ भी पकड़ेंगे। ਇਸੇ ਵਿੱਚ ਇੱਕ ਵੱਡੀ ਪਹਿਲ ਰਹੀ ਆਫਤਾਂ ਲਈ ਅੰਤਰਰਾਸ਼ਟਰੀ ਪ੍ਰਤੀਕਿਰਿਆ ਵਿੱਚ ਵੱਧ ਤੋਂ ਵੱਧ ਤਾਲਮੇਲ ਲਿਆਉਣਾ, ਜਿਸ ਦਾ ਆਧਾਰ ਬਣਿਆ ਦੱਖਣ ਏਸ਼ੀਆਈ ਦੇਸ਼ਾਂ ਲਈ ਇੱਕ ਅਲੱਗ ਸੈਟੇਲਾਈਟ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਜਲਦ ਹੀ ਇੱਕ ਸੱਚਾਈ ਵਿੱਚ ਬਦਲ ਦਿੱਤਾ ਗਿਆ। Today is a historic day for South Asia, a day without precedence. 2 years ago, India made a promise to extend the advanced space technology for the cause of growth and prosperity of our brothers and sisters in South Asia. ਇਹ ਦੁਨੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਰਹੀ ਜਿਸ ਨੇ ਆਫਤ ਪ੍ਰਬੰਧਨ ਨੂੰ ਇੱਕ ਦੇਸ਼ ਤੱਕ ਨਹੀਂ ਬਲਕਿ ਇੱਕ ਖੇਤਰ ਵਿਸ਼ੇਸ਼ ਦੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕੀਤਾ, ਜਿਸ ਦੇ ਪ੍ਰੇਰਣਾ ਸਰੋਤ ਸਨ ਨਰਿੰਦਰ ਮੋਦੀ। 450 ਕਰੋੜ ਰੁਪਏ ਦੀ ਲਾਗਤ ਵਾਲਾ ਸਾਰਕ ਸੈਟੇਲਾਈਟ ਦੱਖਣ ਏਸ਼ੀਆਈ ਦੇਸ਼ਾਂ ਵਿਚਾਲੇ ਭੂਚਾਲ, ਚੱਕਰਵਾਤਾਂ, ਹੜ੍ਹਾਂ, ਸੁਨਾਮੀ ਵਰਗੀਆਂ ਆਫਤਾਂ ਵੇਲੇ ਉਪਯੋਗੀ ਸੰਵਾਦ ਲਿੰਕ ਸਥਾਪਿਤ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ। हमें प्राकृतिक आपदाओं और नॉन स्टेट एक्टर्स, इनके द्वारा पैदा किए गए मैरीटाइम थ्रेट्स का मिलकर सामना करना चाहिए। इस विषय पर क्षेत्रीय सहयोग बढ़ाने के लिए भारत ने कई कदम लिए। साइक्लोन, सुनामी और प्रदूषण संबंधित समुद्री आपदाओं में हम फर्स्ट रिस्पॉन्डर रहे हैं। केंद्र राज्य सरकार की टीमें और यहाँ की डिस्ट्रिक्ट मशीनरी, यहाँ की ग्रासरूट लेवल की मशीनरी, सब ने इतने कोऑर्डिनेशन से काम किया। दूसरा, मैं आज देशवासियों को भी कहना चाहूँगा कि जिस प्रकार से उड़ीसा के नागरिकों ने और हमारे मछुआरे भाइयों बहनों ने सरकार की सभी सूचनाओं का पूरा पालन किया, वरना होता क्या है, हम कहेंगे मुसीबत आएगी घर खाली करो, कोई खाली नहीं करता। इस बार उड़ीसा के नागरिकों ने बहुत ही अच्छा काम किया, वो अभिनंदन के पात्र है। ਜ਼ਿੰਦਗੀ ਦੇ ਇਮਤਿਹਾਨ ਦਰਵਾਜ਼ੇ ਤੇ ਦਸਤਕ ਦੇ ਕੇ ਨਹੀਂ ਆਉਂਦੇ ਅਤੇ ਇਹ ਤਾਂ 100 ਸਾਲਾਂ ਬਾਅਦ ਆਈ ਇੱਕ ਵਿਸ਼ਵ ਪੱਧਰੀ ਮਹਾਮਾਰੀ ਸੀ। ਸ਼ੰਕਾਵਾਂ ਤਾਂ ਸਨ ਪਰ ਤਿਆਰੀ ਵੀ ਸੀ।
ਪ੍ਰਧਾਨ ਮੰਤਰੀ ਨੇ ਜਿਵੇਂ ਕੋਰੋਨਾ ਮਹਾਮਾਰੀ ਵਿਰੁੱਧ ਸੰਘਰਸ਼ ਵਿੱਚ ਆਪਣੇ ਆਪ ਨੂੰ ਸਮਾ ਦਿੱਤਾ, ਨਾ ਸਿਰਫ ਸਮਾਜ ਦੇ ਹਰ ਵਰਗ ਨਾਲ ਸੰਵਾਦ ਅਤੇ ਭਰੋਸਾ, ਬਲਕਿ ਇਸ ਮਹਾਮਾਰੀ ਦੀ ਅੱਗ ਤੋਂ ਆਤਮ ਨਿਰਭਰਤਾ ਅਤੇ ਮੌਕੇ ਦੀ ਸਿਰਜਣਾ ਦਾ ਕੁੰਦਨ ਨਿਕਲਿਆ। भारत ने समस्या बढ़ने का इंतजार नहीं किया, बल्कि जैसे ही समस्या दिखी उसे तेजी से फैसले लेकर उसी समय रोकने का भरसक प्रयास किया। साथियों, वैसे एक ऐसा संकट है जिसमें किसी भी देश के साथ तुलना करना उचित नहीं है, लेकिन फिर भी कुछ सच्चाइयों को हम नकार नहीं सकते हैं। ये भी एक सच्चाई है कि अगर दुनिया के बड़े बड़े सामर्थ्यवान देशों में कोरोना से जुड़े आंकड़े देखें तो उनकी तुलना में आज भारत बहुत संभली हुई स्थिति में है। ਇਸ ਸੰਕਟ ਦੀ ਘੜੀ ਵਿੱਚ ਵੀ ਲੋਕਾਂ ਦੇ ਸਕਾਰਾਤਮਕ ਸੰਕਲਪ ਅਤੇ ਮੋਦੀ ਸਰਕਾਰ ਪ੍ਰਤੀ ਮਜ਼ਬੂਤ ਭਰੋਸੇ ਦਾ ਨਤੀਜਾ ਰਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਸਿਹਤ ਦੇ ਖੇਤਰ ਵਿੱਚ ਭਾਰਤ ਆਤਮ ਨਿਰਭਰਤਾ ਦੇ ਰਸਤੇ ਤੇ ਅੱਗੇ ਵਧ ਰਿਹਾ ਹੈ। ਮਾਸਕ ਤੋਂ ਲੈ ਕੇ ਵੈਂਟੀਲੇਟਰ ਅਤੇ ਬਾਅਦ ਵਿੱਚ ਆਕਸੀਜਨ ਦੀ ਉਪਲਬਧਤਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੂੰ ਗੋਡਿਆਂ ਤੱਕ ਲੈ ਆਂਦਾ। परिस्थितियों ने आपको अपनी क्षमताओं की नई तरह से परीक्षा देने का अवसर दिया है। अपने जिले की छोटी सी छोटी दिक्कत को दूर करने के लिए पूरी संवेदनशीलता के साथ लोगों की समस्याओं का समाधान करने के लिए आपकी यही भावना काम आ रही है। ਅਤੇ ਅੱਜ ਆਪਾਂ ਗਵਾਹ ਬਣ ਰਹੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇ। ਇਹ ਸਿਰਫ ਆਫਤ ਪ੍ਰਬੰਧਨ ਪਰ ਹੀ ਨਹੀਂ ਸੀ, ਇਹ ਉਸ ਤਿਆਰੀ ਦਾ ਨਤੀਜਾ ਸੀ ਜੋ ਲਗਾਤਾਰ ਨਜ਼ਰਸਾਨੀ, ਸਰੋਤਾਂ ਦੀ ਵੰਡ, ਆਉਣ ਵਾਲੇ ਸਮੇਂ ਦੀਆਂ ਟਟੋਲਦੀਆਂ ਨਿਗਾਹਾਂ, ਮਾਹਰਾਂ ਦਾ ਸਾਥ ਅਤੇ ਇਸ ਦੇ ਨਾਲ ਲੋਕ ਕਲਿਆਣ ਦਾ ਸੰਕਲਪ। ਇਹ ਸੰਕਲਪ ਹੀ ਹੈ ਜਿਸ ਨਾਲ ਬਿਹਤਰ ਅੱਜ ਅਤੇ ਕੱਲ੍ਹ ਦੀ ਸਿੱਧੀ ਹੋ ਜਾਂਦੀ ਹੈ।